गदरपुर के गुरुद्वारा सिंह सभा में सिख समाज ने एक बैठक का किया आयोजन। खबर गदरपुर से, जहां राष्ट्रीय सिख संगठन के राष्ट्रीय अध्यक्ष जसवीर सिंह ने कहा कि गदरपुर में एक बैठक का आयोजन किया गया है, जिसमें क्षेत्र के तमाम जनप्रतिनिधियों, सिख संगठनों और सामाजिक कार्यकर्ताओं को बुलाया गया था। इसमें यह निर्णय लिया गया है कि गुरुद्वारा नानक मता के डेरा नानक मता साहिब में जिस तरह के कार्य चल रहे हैं उसका विरोध किया जाए। इसका स्वरूप क्या होगा, इसके लिए एक विशाल सरबत खालसा बैठक का आयोजन किया जाएगा, जिसमें पंजाब, यूपी, दिल्ली और उत्तराखंड के सभी लोग मौजूद रहेंगे, जिसमें सिख समुदाय और अन्य समुदाय के लोगों को भी आमंत्रित किया जाएगा। यह एक विवाद चल रहा है, जिसमें डेरा नानक मता में नामधारी समुदाय द्वारा एक प्रार्थना की गई, जिसके बाद वहां पर लगातार विरोध के स्वर फूट रहे हैं और नामधारी समुदाय अपने हिसाब से प्रार्थना करता है और गुरु ग्रंथ साहब को सिखों का गुरु नहीं मानता है। इसलिए जो लोग उस सभा में शामिल थे उनके विरुद्ध कड़ी कार्रवाई करने का हम लोगों ने निर्णय लिया है और इस सरबत खालसा मीटिंग के बाद, जो कि दिवाली के बाद होगी, उसमें क्षेत्र की जनता सरबत खालसा निर्णय लेंगे कि डेरा मुखी बाबा तरसेम सिंह, जो कि पूर्व में भी विवादों में रहे हैं और उस कार्यक्रम में शामिल जनप्रतिनिधि जो कि सिख संस्थाओं से जुड़े हुए हैं, उन लोगों के विरोध नहीं करने के कारण गुरु ग्रंथ साहब की बेदबी हुई है और आगामी निर्णय लिया जाएगा कि किस तरह से अग्रिम कार्रवाई की जाए। आज इस कार्यक्रम में अनेक संगठनों के अनेक प्रतिनिधि मौजूद थे, जिसमें सामाजिक कार्यकर्ता भी इस कार्यक्रम में शामिल रहे हैं। किसान नेता सलविंदर सिंह कलसी, फतेहजीत सिंह और प्रीतपाल सिंह, निर्मल सिंह, हंसपाल। सलविंदर जी, आज गुरुद्वारा गदरपुर सिंह सभा च इकट्ठ होया सिख संगत का की है पूरा मामला? नानक मता साहब पिछे 2 दिन का एक नामधारी सम्मेलन होया है डेरा कार सेवा और ਉਹਦੇ ਵਿੱਚ ਨਾਮਧਾਰੀ ਜਿਹੜਾ ਸੰਪਰਦਾਇ ਆ ਉਹ ਆਪਦੇ ਹਿਸਾਬ ਨਾਲ ਉਹ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦਾ। ਇਹ ਸਾਡੇ ਬਹੁਤੇ ਲੋਕਾਂ ਨੂੰ, ਸਾਡਿਆਂ ਨੂੰ ਪਤਾ, ਔਰ ਖਾਸ ਕਰ ਜਿਹੜੇ ਸਾਡੇ ਹੁਣ ਮੁਖੀ ਨੇ ਸਿੱਖ ਜਗਤ ਦੇ, ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਹੈ। ਜੇ ਉੱਥੇ ਕਾਰ ਸੇਵਾ ਡੇਰਾ ਜਿਹੜਾ ਹੈ, ਜਿਹਦੇ ਵਿੱਚ ਮੁਖੀ ਤਰਸੇਮ ਸਿੰਘ ਦੇ ਉੱਥੇ ਇਹ ਪ੍ਰੋਗਰਾਮ ਹੋਇਆ ਹੈ ਔਰ ਉਹਨਾਂ ਦੀ ਜਾਣਕਾਰੀ 'ਚ ਹੋਣਾ ਚਾਹੀਦਾ। ਉੱਥੇ ਸਾਡੇ ਕੁਝ ਡਾਇਰੈਕਟਰ ਸਾਹਿਬਾਨ ਵੀ ਅਤੇ ਮੇਰੇ ਖਿਆਲ ਜਿਹੜੇ ਮੌਕੇ ਦੇ ਸਚਿਵ ਨੇ ਉਹ ਵੀ ਬੈਠੇ ਸੀ, ਅਮਰਜੀਤ ਸਿੰਘ, ਔਰ ਉਹਨਾਂ ਨੇ ਕਿਸੇ ਨੇ ਇਹਦੇ 'ਚ ਹਿੰਮਤ ਨਹੀਂ ਕੀਤੀ ਵੀ ਅਗਰ ਇਸ ਤਰ੍ਹਾਂ ਕੀਤਾ ਹੈ, 2 ਦਿਨ ਚੱਲਿਆ, ਪਹਿਲੇ ਦਿਨ ਅਗਰ ਅਰਦਾਸ ਉਹਨਾਂ ਕੀਤੀ ਹੈ ਤੇ ਉਹਦੇ 'ਚ ਉਹਨਾਂ ਨੂੰ ਕਹਿਣਾ ਚਾਹੀਦਾ ਸੀ ਵੀ ਇੱਥੇ ਗੁਰੂ ਨਾਨਕ ਮਤਾ ਦੇ ਵਿੱਚ, ਨਾਨਕ ਮਤਾ ਸਾਹਿਬ ਦੇ ਵਿੱਚ ਇੱਥੇ ਗੁਰਮਰਿਆਦਾ ਜਿਹੜੀ ਆ ਉਹ ਸਾਡੇ 11ਵੇਂ ਗੁਰੂ ਗ੍ਰੰਥ ਸਾਹਿਬ ਨੂੰ ਮੰਨਿਆ ਗਿਆ ਹੈ ਔਰ ਜਿਵੇਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ 10ਵੇਂ ਪਿਤਾ ਨੇ ਗੱਦੀ ਦੇ ਕੇ ਔਰ ਉਹਦੇ ਬਾਅਦ ਆ 11ਵਾਂ ਗੁਰੂ ਥਾਪ ਦਿੱਤਾ, ਜੁਗੋ ਜੁਗ ਅਟਲ ਗੁਰੂ ਜੀ ਅਸੀਂ ਉਹਨਾਂ ਨੂੰ ਕਹਿੰਦੇ ਆ। ਉਹਦੇ ਬਾਅਦ 'ਚ ਤਾਂ ਕੋਈ ਵਿਵਾਦ ਨਹੀਂ, ਇਹ ਲੋਕ ਵਿਵਾਦ ਪੈਦਾ ਕਰਕੇ ਉੱਥੇ ਗੁਰੂ ਮਹਾਰਾਜ ਦੇ ਹੋਂਦ ਨੂੰ ਨਕਾਰ ਦਿੱਤਾ ਇਹਨਾਂ ਨੇ ਔਰ ਆਪਣੇ ਗੁਰੂਆਂ ਦੇ ਨਾਂ ਲੈ ਕੇ ਜਿਹੜੇ ਦੇਹਧਾਰੀਆਂ ਦੇ ਔਰ 12 ਪਾਤਸ਼ਾਹੀਆਂ ਦੀ ਅੱਗੇ ਤੱਕ ਜਿਹੜੀ ਵੀ ਅਰਦਾਸ ਕੀਤੀ ਆ ਉਹਨੂੰ ਲੈ ਕੇ ਇੱਕ ਬਹੁਤ ਵੱਡਾ ਰੋਸ ਹੈ ਸੰਗਤ ਦੇ ਵਿੱਚ ਔਰ ਉਸੇ ਨੂੰ ਲੈ ਕੇ ਅੱਜ ਮੀਟਿੰਗ ਗਦਰਪੁਰ ਹੋਈ ਆ। ਔਰ ਕਿਉਂਕਿ ਇਹ ਬਾਰ-ਬਾਰ ਗੁਰੂ ਮਹਾਰਾਜ ਦੇ ਡੇਰਾ ਕਾਰ ਸੇਵਾ ਨਾਨਕ ਮਤਾ ਸਾਹਿਬ ਪਹਿਲੇ ਵਿਵਾਦਾਂ 'ਚ ਰਿਹਾ, ਹੁਣ ਫਿਰ ਐਵੇਂ ਨਾ, ਸੰਗਤ ਦਾ ਮਨ ਕੀ ਹੈ? ਸੰਗਤ ਦਾ ਮਨ ਇਹੋ ਹੀ ਹੈ ਕਿ ਜਿਹੜਾ ਉੱਥੇ ਡੇਰਾ ਮੁਖੀ ਆ ਉਹ ਆਪਣੇ ਗੁਰੂ ਮਰਿਆਦਾ ਦੇ ਵਿੱਚ ਰਹੇ ਤੇ ਚੰਗੀ ਗੱਲ ਹੈ। ਜੇ ਉਹ ਗੁਰੂ ਮਰਿਆਦਾ ਤੋਂ ਬਾਹਰ ਜਾਂਦਾ ਹੈ ਔਰ ਕਿਤੇ ਨਾ ਕਿਤੇ ਕਿਸੇ ਏਜੰਸੀਆਂ ਦੇ ਏਜੰਡੇ ਨੂੰ ਫੋਲੋ ਕਰਕੇ ਚੱਲਦਾ ਹੈ ਤੇ ਫਿਰ ਇਹ ਸਾਡੇ ਸਿੱਖਾਂ ਵਾਸਤੇ ਬੜੀ ਔਖੀ ਗੱਲ ਆ, ਉਹ ਬਰਦਾਸ਼ਤ ਨਹੀਂ ਕੀਤਾ ਜਾਵੇ। ਫਤਿਹਜੀਤ ਸਿੰਘ ਜੀ, ਇੱਕ ਸਵਾਲ ਹੈ ਕਿ ਸਿੱਖ ਧਰਮ ਵਿੱਚ ਡੇਰੇ ਦੀ ਲੋੜ ਕਿਉਂ, ਤੇ ਜਿਹੜਾ ਡੇਰੇ 'ਚ ਵਿਵਾਦ ਹੋਇਆ ਇਸ ਟਾਈਮ ਚੱਲ ਰਿਹਾ, ਜਿਹਦੇ ਵਿੱਚ ਨਾਮਧਾਰੀ ਸੰਪਰਦਾਇ ਦੇ ਪ੍ਰੋਗਰਾਮ ਕੀਤਾ, ਉਸ ਤੋਂ ਬਾਅਦ ਵਿਵਾਦ ਕੀ ਹੈ ਪੂਰਾ ਮਾਮਲਾ? ਹਾਂਜੀ, ਪਹਿਲਾ ਸਵਾਲ ਆਪ ਜੀ ਨੇ ਕੀਤਾ ਕਿ ਸਿੱਖ ਧਰਮ ਵਿੱਚ ਡੇਰੇ ਦੀ ਲੋੜ ਕਿਉਂ। ਡੇਰਾ ਇੱਕ ਪੜਾਵ ਨੂੰ ਕਿਹਾ ਜਾਂਦਾ, ਇੱਕ ਕੈਂਪ ਨੂੰ ਕਿਹਾ ਜਾਂਦਾ, ਜਾਂ ਪੁਰਾਣੇ ਬਜ਼ੁਰਗ ਜਿਹੜੇ ਸੀ ਉਹ ਆਮ ਘਰਾਂ ਨੂੰ ਵੀ ਡੇਰਾ ਕਹਿ ਦਿੰਦੇ ਸੀ ਕਿ ਜਦੋਂ ਪੁੱਛਦੇ ਵੀ ਆਪਣਾ ਟਿਕਾਣਾ ਕਿੱਥੇ ਆ, ਉਹ ਕਹਿੰਦੇ ਸੀ ਸਾਡਾ ਡੇਰਾ ਫਲਾਣੀ ਜਗ੍ਹਾ ਦੇ ਉੱਤੇ ਆ। ਤੋ ਡੇਰਾ ਇੱਕ ਪੜਾਵ ਨੂੰ ਕਿਹਾ ਜਾਂਦਾ। ਇਹ ਜੋ ਆਪ ਜੀ ਕਾਰ ਸੇਵਾ ਦੇ ਡੇਰਿਆਂ ਦੀ ਗੱਲ ਕਰ ਰਹੇ ਹੋ, ਇਹ ਗੁਰਦੁਆਰਿਆਂ ਦੀ ਸੇਵਾ ਸੰਭਾਲ ਵਾਸਤੇ ਬਹੁਤ ਚੰਗੇ ਲੋਕਾਂ ਨੇ, ਜਿਨ੍ਹਾਂ ਦੇ ਬੜੇ ਅੱਛੇ ਜੀਵਨ ਸੀ, ਜਿਨ੍ਹਾਂ ਨੂੰ ਕੋਈ ਲੋਭ ਲਾਲਚ ਨਹੀਂ ਸੀ ਔਰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਦੀ ਸੇਵਾ ਤੋਂ ਬਿਨਾਂ
ਹੋਰ ਕੋਈ ਕੰਮ ਨਹੀਂ ਸੀ। ਉਹਨਾਂ ਲੋਕਾਂ ਦੇ ਇੱਕ ਟੈਂਪਰੇਰੀ ਪੜਾਅ ਹੁੰਦੇ ਸੀ ਜਿਹੜੇ ਗੁਰਦੁਆਰਾ ਸਾਹਿਬ ਦੀਆਂ ਸਰਾਵਾਂ, ਲੰਗਰ ਹਾਲ, ਬਿਲਡਿੰਗਾਂ, ਦੀਵਾਨ ਹਾਲ ਤੋਂ ਇਹ ਤਿਆਰ ਕਰਕੇ ਸੰਗਤਾਂ ਨੂੰ ਸੌਂਪ ਕੇ ਤੇ ਫਿਰ ਅਗਲੇ ਪੜਾਅ 'ਤੇ ਚਲੇ ਜਾਂਦੇ ਸੀ। ਹੁਣ ਇੱਕ ਮਸਲਾ ਆਇਆ ਜਿੱਥੇ ਨਾਮ ਪ੍ਰਦਾਰੀ ਸੰਪਰਦਾਇ ਦਾ ਇੱਕ ਪ੍ਰੋਗਰਾਮ ਕੀਤਾ ਗਿਆ ਡੇਰਾ ਕਾਰ ਸੇਵਾ ਨਾਨਕ ਮਤਾ ਦੇ ਵਿੱਚ, ਉਹ ਕੀ ਮਾਮਲਾ ਹੈ ਪੂਰਾ? ਹਾਂਜੀ, ਭਾਰਤ ਇੱਕ ਆਜ਼ਾਦ ਦੇਸ਼ ਆ ਔਰ ਸੈਕੂਲਰ ਦੇਸ਼ ਆ। ਹਿੰਦੂ, ਮੁਸਲਿਮ, ਸਿੱਖ, ਈਸਾਈ, ਬੋਧੀ, ਜੈਨੀ, ਪਾਰਸੀ, ਯਹੂਦੀ ਔਰ ਜਿੰਨੇ ਲੋਕ ਆ ਨਾਮਧਾਰੀ, ਨਿਰੰਕਾਰੀ, ਰਾਮਪਾਲ ਨੂੰ ਮੰਨਣ ਵਾਲੇ ਔਰ ਰਾਮ ਰਹੀਮ ਨੂੰ ਮੰਨਣ ਵਾਲੇ, ਸਭ ਨੂੰ ਇਸ ਗੱਲ ਦੀ ਆਜ਼ਾਦੀ ਆ ਕਿ ਉਹ ਆਪੋ ਆਪਣੇ ਢੰਗ ਨਾਲ ਆਪਣੇ ਆਪ ਨੂੰ ਕਿਸੇ ਵੀ ਗੁਰੂ ਦੇ ਸਮਰਪਿਤ ਕਰਕੇ ਤੇ ਉਹਦੀ ਪੂਜਾ ਪ੍ਰਾਰਥਨਾ ਕਰ ਸਕਦਾ, ਪਰ ਕਿਸੇ ਦੂਸਰੇ ਨੂੰ ਡਿਸਟਰਬ ਨਹੀਂ ਕਰ ਸਕਦਾ। ਇਹਨਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਔਰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਸਥਲੀ ਜਿਹੜੀ ਗੁਰੂਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਆ, ਉੱਥੇ ਜਾ ਕੇ ਉੱਥੋਂ ਦੀ ਮਰਿਆਦਾ ਨੂੰ ਖੰਡਨ ਕੀਤਾ। ਕਿਉਂਕਿ ਅਸੀਂ ਸਿੱਖ ਲੋਕ ਜਿਹੜੇ ਆ, ਅਸੀਂ ਸ਼ਬਦ ਨੂੰ ਗੁਰੂ ਮੰਨਦੇ ਹਾਂ, ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰੂ ਮੰਨਦੇ ਹਾਂ, ਔਰ ਉਹਨਾਂ ਨੇ ਸਾਡੇ ਉੱਤੇ ਇਹ ਬਹੁਤ ਵੱਡਾ ਅਟੈਕ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਨਾਮ ਨਹੀਂ ਲਿਆ। ਉਹਦੇ ਵਿੱਚ ਹੁਣ ਵਿਵਾਦ ਦੀ ਸਥਿਤੀ ਡੇਰੇ ਦਾ ਨਾਂ ਕਿਉਂ ਆ ਰਿਹਾ? ਵੀਰ ਜੀ, ਇਹ ਡੇਰੇ ਵਾਲਿਆਂ ਨੇ ਉਹਨਾਂ ਨੂੰ ਜਗ੍ਹਾ ਦਿੱਤੀ ਆ ਔਰ ਸਾਰੇ ਪ੍ਰੋਗਰਾਮ ਦਾ ਪ੍ਰਬੰਧ ਕਰਕੇ ਦਿੱਤਾ, ਔਰ ਜਦੋਂ ਪਹਿਲੇ ਦਿਨ ਬੇਅਦਬੀ ਹੋ ਗਈ ਸੀ, ਉਹਨਾਂ ਨੂੰ ਚਾਹੀਦਾ ਸੀ ਕਿ ਦੂਸਰੇ ਦਿਨ ਉਸ ਪ੍ਰੋਗਰਾਮ ਨੂੰ ਰੋਕ ਦਿੱਤਾ ਜਾਂਦਾ, ਪਰ ਉਹਨਾਂ ਨੇ ਦੂਸਰੇ ਦਿਨ ਉਦੋਂ ਵੀ ਜ਼ਿਆਦਾ ਬੇਅਦਬੀ ਕਰਵਾਈ ਹੈ। ਇਹਦੇ ਵਿੱਚ ਸਿੱਖ ਪ੍ਰਚਾਰਕ ਕਮੇਟੀਆਂ, ਸਾਡੇ ਚੁਣੇ ਹੋਏ ਸਕੱਤਰ, ਸਾਡੇ ਜਿਹੜੇ ਮੈਂਬਰ, ਇਹਨਾਂ ਨੇ ਉਹਦਾ ਖੰਡਨ ਕਿਉਂ ਨਹੀਂ ਕੀਤਾ, ਵਿਰੋਧ ਕਿਉਂ ਨਹੀਂ ਕੀਤਾ? ਹਾਂਜੀ, ਇਹਨਾਂ ਨੇ ਵਿਰੋਧ ਕਿਉਂ ਨਹੀਂ ਕੀਤਾ? ਹਰ ਵਾਰ ਜਦੋਂ ਨਾਨਕ ਮਤਾ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਚੁਣਾਵ ਹੁੰਦਾ ਹੈ, ਪਿਛਲੀ ਵਾਰ ਤਕਰੀਬਨ 18 ਸਾਲ ਬਾਅਦ ਚੁਣਾਵ ਹੋਇਆ। ਜਦੋਂ ਚੁਣਾਵ ਹੋਇਆ ਤੇ ਚੁਣਾਵ ਦੇ ਦੋ ਹੀ ਧੜੇ ਸੀ, ਇੱਕ ਡੇਰੇ ਦਾ ਧੜਾ ਔਰ ਇੱਕ ਗੁਰੂ ਨਾਨਕ ਦਾ ਜਾਂ ਸਿੱਖ ਪੰਥ ਦਾ ਧੜਾ। ਡੇਰਾ ਪਕਸ਼ ਕੀ ਕਰਦਾ ਹੈ ਕਿ ਆਪਣੇ ਕੋਲੋਂ ਪੁੱਠੇ ਸਿੱਧੇ ਢੰਗ ਵਰਤ ਕੇ ਆਪਣੇ ਮੈਂਬਰਾਂ ਨੂੰ ਉੱਥੇ ਵੱਧ ਤੋਂ ਵੱਧ ਜਿਤਾ ਕੇ ਘੱਲਦਾ ਹੈ, ਤਾਂ ਕਿ ਕੱਲ੍ਹ ਨੂੰ ਜਿਵੇਂ ਤੁਹਾਨੂੰ ਹੁਣ ਸਾਹਮਣੇ ਆ ਜਾਊਗਾ ਕਿ ਕਿੰਨੇ ਮੈਂਬਰ ਨੇ ਜਿਹੜੇ ਉੱਥੋਂ ਦਾ ਸੰਵਿਧਾਨ ਰਜਿਸਟਰਡ ਨਹੀਂ ਹੋਣ ਦੇ ਰਹੇ, ਕਮੇਟੀ ਦੀ ਰਜਿਸਟ੍ਰੇਸ਼ਨ ਨਹੀਂ ਹੋਣ ਦੇ ਰਹੇ, ਔਰ ਉਹ ਕਿੰਨੇ ਮੈਂਬਰ ਨੇ ਜਿਹੜਾ ਨੇ ਜਾ ਕੇ ਉਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਹੈ ਜਿੱਥੋਂ ਗੁਰੂ ਨਾਨਕ ਦਾ ਨਾਮ ਖਤਮ ਕੀਤਾ ਗਿਆ ਔਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਅਪਮਾਨ ਕੀਤਾ ਗਿਆ। ਉਹ ਮੈਂਬਰ ਉੱਥੇ ਸ਼ਾਮਲ ਹੁੰਦੇ ਆ ਕਿਉਂਕਿ ਉਹਨਾਂ ਨੂੰ ਡੇਰਾ ਹੀ ਪ੍ਰਮੋਟ ਕਰਕੇ ਲਿਆਉਂਦਾ। ਬਾਕੀ ਰਹਿ ਗਈ ਦੂਸਰੇ ਮੈਂਬਰ, ਉਹ ਤੁਹਾਡੇ ਸਾਹਮਣੇ ਆ ਚੁੱਕੇ ਆ, ਉਹਨਾਂ ਮੈਂਬਰਾਂ ਕੋਲ ਕੋਈ ਪਦ ਨਹੀਂ ਹੈਗਾ। ਫਿਰ ਇਹਦੇ ਵਿੱਚ ਅਗਲਾ ਜਿਹੜਾ ਸਟੈਪ ਹੈ ਸਿੱਖ ਸਮਾਜ ਦਾ, ਸਿੱਖ ਸੰਗਤ ਦਾ ਕੀ ਰਹੇਗਾ? ਕੀ ਇਹਦੇ 'ਚ ਅੱਜ ਜਿਹੜੇ ਗੁਰਦੁਆਰਾ ਸਿੰਘ ਸਭਾ ਗਦਰਪੁਰ ਇਕੱਠੇ ਹੋਏ ਨੇ ਸਾਰੇ, ਇਹਦੇ 'ਚ ਕੀ ਨਿਰਣੇ ਲਿਆ ਗਿਆ? ਹਾਂਜੀ, ਇਹਦੇ ਵਿੱਚ ਨਿਰਣੇ ਲਿਆ ਗਿਆ ਕਿ ਸਾਰੀ ਸਿੱਖ ਸੰਗਤਾਂ ਨੂੰ ਇਕੱਤਰ ਕੀਤਾ ਜਾਵੇ, ਸਾਰੇ ਪੰਥ ਖਾਲਸੇ ਨੂੰ ਸੱਦਾ ਦਿੱਤਾ ਜਾਵੇ ਔਰ ਸਰਬੱਤ ਖਾਲਸਾ ਸੱਦਿਆ ਜਾਵੇ ਤੇ ਸਰਬੱਤ ਖਾਲਸਾ ਇਸ ਗੱਲ ਦਾ ਫੈਸਲਾ ਕਰੇ ਕਿ ਗੁਰਦੁਆਰਾ ਗੁਰੂ ਨਾਨਕ ਮਤਾ ਸਾਹਿਬ ਦੀ ਜ਼ਮੀਨ ਜਿਹੜੀ ਆ ਉਹ ਕਿਸੇ ਨਿੱਜੀ ਇੱਕ ਬੰਦੇ ਦੇ ਨਾਮ ਹੋਣੀ ਚਾਹੀਦੀ ਆ, ਜਾਂ ਕਿ ਜਿਹੜੀ ਉਹ ਜ਼ਮੀਨ ਨਵਾਬ ਮਹਿੰਦੀ ਅਲੀ ਹਸਨ ਖਾਨ ਨੇ ਦਾਨ ਦਿੱਤੀ ਆ ਉਹ ਜ਼ਮੀਨ ਗੁਰਦੁਆਰਾ ਸਾਹਿਬ ਦੇ ਨਾਮ ਚਾਹੀਦੀ ਆ ਜਾਂ ਕਿ ਕਿਸੇ ਬੰਦੇ ਦੇ ਨਾਮ ਚਾਹੀਦੀ ਆ। ਜ਼ਮੀਨ ਦਾ ਵਿਵਾਦ ਦੀ ਗੱਲ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ, ਬਹੁਤ ਟਾਈਮ ਹੋ ਗਿਆ, ਤੇ ਇਹਦੇ ਵਿੱਚ ਕੌਣ ਵਿਅਕਤੀ ਹੈ ਜਿਹੜਾ ਇਹ ਸਭ ਕਰ ਰਿਹਾ? ਜ਼ਮੀਨ ਜਿਹੜੀ ਆ ਜੀ ਉੱਥੇ ਤਰਸੇਮ ਸਿੰਘ ਜਿਹੜਾ ਡੇਰੇਦਾਰ ਆ, ਉਹ ਸਾਰੀ ਜ਼ਮੀਨ ਗੁਰਦੁਆਰੇ ਦੀ ਜਿਹੜੀ ਫਰੰਟ ਵਾਲੀ ਆ ਸਾਰੀ ਖੁਰਦ-ਬੁਰਦ ਕਰਕੇ ਪੁੱਠੇ ਸਿੱਧੇ ਢੰਗ ਨਾਲ ਆਪਣੇ ਨਾਮ ਕਰਾ ਚੁੱਕਾ ਹੈ। ਜਸਵੀਰ ਸਿੰਘ ਜੀ, ਅੱਜ ਗੁਰਦੁਆਰਾ ਸਿੰਘ ਸਭਾ ਦੀ ਮੀਟਿੰਗ ਹੋਈ ਸਿੱਖ ਸਮਾਜ ਦੀ ਜੀ, ਕਿਸ ਵਿਸ਼ੇ ਨੂੰ ਲੈ ਕੇ ਹੋਈ ਹੈ ਤੇ ਕੀ ਇਹਦਾ ਨਿਰਣਾ ਹੋਇਆ? ਇਹ ਆਪ ਜੀ ਨੂੰ ਪਤਾ ਵੀ ਅੱਜ ਜਿਹੜੀ ਸ਼ਾਮ ਨੂੰ ਇੱਥੋਂ ਦੀ ਮੀਟਿੰਗ ਸੱਦੀ ਸੀ ਗਦਰਪੁਰ ਗੁਰਦੁਆਰਾ ਸਾਹਿਬ ਦੀ, ਇਹਦੇ ਵਿੱਚ ਸੰਗਤ ਨੂੰ ਸੱਦਿਆ ਹੈ ਵੀ ਜੋ ਕੁਝ 16 ਤਰੀਕ ਨੂੰ ਕਾਰ ਸੇਵਾ ਨਾਨਕ ਮਤਾ ਸਾਹਿਬ ਦੇ ਵਿੱਚ ਇੱਕ ਸੰਪਰਦਾ ਵੱਲੋਂ ਇੱਕ ਅਰਦਾਸ ਕਰਕੇ ਤੇ ਜੋ ਉੱਥੋਂ ਦਾ ਸਾਡੇ ਰਹਿਤ ਮਰਿਆਦਾ ਦਾ ਰਹਿਤ ਮਰਿਆਦਾ ਦਾ ਜੋ ਉੱਥੇ ਘਾਣ ਹੋਇਆ ਹੈ ਵੀ ਇਹਦੇ ਬਾਰੇ ਆਪਾਂ ਕੀ ਐਕਸ਼ਨ ਲੈਣਾ ਜਾਂ ਨਹੀਂ ਲੈਣਾ,
ਕੀ ਸੰਗਤ ਚਾਹੁੰਦੀ ਕੀ ਨਹੀਂ ਚਾਹੁੰਦੀ, ਉਹਦੇ ਵਾਸਤੇ ਅੱਜ ਆਪਾਂ ਸਾਰਾ ਕੁਝ ਸੱਦਿਆ ਸੀ ਵੀ ਜੇ ਆਪਾਂ ਇਹਦੇ ਉੱਤੇ ਐਕਸ਼ਨ ਲੈਣਾ ਹੈ ਤੇ ਉਹਦਾ ਜਿਹੜਾ ਉਹ ਤਰੀਕਾ ਕੀ ਹੋਏਗਾ, ਉਹਦੇ ਵਾਸਤੇ ਅੱਜ ਆਪਾਂ ਸਾਰੇ ਜਣੇ ਇੱਥੇ ਇਕੱਠੇ ਹੋਏ ਸੀ। ਨਾਮਦਾਰੀ ਸੰਪਰਦਾਇ ਹੋਵੇ ਜਾਂ ਨਾਨਕ ਪੰਥੀ ਹੋਣ, ਕਬੀਰ ਪੰਥੀ ਹੋਣ, ਅਲੱਗ-ਅਲੱਗ ਤਰੀਕੇ ਨਾਲ ਆਪਦੀ ਪੂਜਾ ਪ੍ਰਾਰਥਨਾ ਅਰਦਾਸ ਕਰ ਸਕਦੇ ਨੇ। ਪਰ ਇਹ ਵਿਵਾਦ ਜਿਹੜਾ ਡੇਰੇ ਨੂੰ ਲੈ ਕੇ ਹੋਇਆ ਕਿ ਡੇਰੇ ਦੇ ਅੰਦਰ ਪ੍ਰੋਗਰਾਮ ਹੋਇਆ, ਉੱਥੇ ਕੁਝ ਆਪਣੇ ਚੁਣੇ ਹੋਏ ਮੈਂਬਰ ਵੀ ਹੈਗੇ ਸੀ, ਉਹਨਾਂ ਦੇ ਸਾਹਮਣੇ ਹੋਇਆ। ਉਸ ਤੋਂ ਬਾਅਦ ਜਦੋਂ ਸਿੱਖਾਂ ਨੇ ਵਿਰੋਧ ਕੀਤਾ, ਉਸ ਤੋਂ ਬਾਅਦ ਉਹ ਮਤਾ ਪਾਸ ਕਰਦੇ ਕਿ ਹਾਂ ਨਿਖੇਧੀ ਕਰਦੇ ਨੇ। ਤੇ ਤੁਹਾਨੂੰ ਨਹੀਂ ਲੱਗਦਾ ਕਿ ਸਿੱਖ ਸਮਾਜ ਨੂੰ ਕਿਤੇ ਨਾ ਕਿਤੇ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ? ਵੇਖੋ ਜੀ, ਇਹ ਤੁਸੀਂ ਬੜੀ ਚੰਗੀ ਤਰ੍ਹਾਂ ਵੇਖਿਆ ਹੋਵੇਗਾ, ਜਾਣਦੇ ਵੀ ਜੇ ਵੀ ਇਹ ਸਾਰੀਆਂ ਜਿੰਨੀਆਂ ਸੰਪਰਦਾਵਾਂ ਨੇ ਇਹ ਆਪੋ ਆਪਣੇ ਸਥਾਨਾਂ ਤੇ ਆਪੋ ਆਪਣੇ ਡੇਰਿਆਂ ਦੇ ਵਿੱਚ ਜੋ ਮਰਜ਼ੀ ਕਰਨ, ਅੱਜ ਤੱਕ ਇਹੋ ਕਰਦੇ ਹੋਣਗੇ। ਅਸਾਂ ਨਹੀਂ ਕਹੀ ਸੁਣੀ, ਸਾਨੂੰ ਨਹੀਂ ਪਤਾ। ਅਗਰ ਇੱਥੇ ਸਾਡੇ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼, ਇੱਕ ਸਾਡਾ ਜਿਹੜਾ ਹੈ 2-2 ਗੁਰੂਆਂ ਦੀ ਚਰਨ ਛੋਹ ਪ੍ਰਾਪਤ ਇਸ ਸਥਾਨ ਨੂੰ, ਉੱਥੇ ਕਾਰ ਸੇਵਾ ਡੇਰੇ ਦੇ ਵਿੱਚ ਅਗਰ ਇਹ ਸਾਰਾ ਕੁਝ ਹੁੰਦਾ ਹੈ ਖੁੱਲ੍ਹੇਆਮ, ਤੇ ਸਾਨੂੰ ਦਰਦ ਤੇ ਸਾਰੀ ਕੌਮ ਨੂੰ ਆਏਗਾ ਨਾ। ਉਹਦੇ ਵਾਸਤੇ ਅਸੀਂ ਇੱਕ ਚੀਜ਼ ਇਹਨਾਂ ਨੂੰ ਕਹੀ ਸੀ, ਮੈਂ ਕਿਹਾ ਵੇਖੋ ਹੋ ਸਕਦਾ ਹੈ ਵੀ ਬਾਬਾ ਜੀ ਕਹਿਣ ਡਏ ਨੇ ਵੀ ਮੈਨੂੰ ਪਤਾ ਨਹੀਂ ਸੀ, ਇਹਨਾਂ ਨੂੰ ਕਿਹਾ ਵੀ ਸਿੱਖ ਮਰਿਆਦਾ ਦੇ ਹਿਸਾਬ ਨਾਲ ਸਾਰਾ ਕੁਝ ਚੱਲਣਾ ਹੈ, ਤੇ ਲੇਕਿਨ ਵਿੱਚੋਂ ਇਹਨਾਂ ਅਰਦਾਸ ਕਰ ਦਿੱਤੀ। ਅਸੀਂ ਮੰਨੇ ਇਹਨਾਂ ਨੂੰ ਨਹੀਂ ਸੀ ਪਤਾ, ਇਹਨਾਂ ਦੀ ਗੈਰ ਸਮਝੀ ਦੇ ਵਿੱਚ ਸਾਰਾ ਕੁਝ ਹੋ ਗਿਆ। 2 ਮਿੰਟ ਦੀ ਅਰਦਾਸ ਸੀ। ਅਗਰ ਇਹ ਚੰਗੇ ਹੁੰਦੇ ਜਦੋਂ ਉਹਨਾਂ ਸ਼ੁਰੂ ਕੀਤੀ ਸੀ ਵੀ 12ਵੀਂ ਪਾਤਸ਼ਾਹੀ 12ਵੀਂ, ਇਹਨਾਂ ਨੂੰ ਉਦੋਂ ਸਮਝਾਉਣਾ ਚਾਹੀਦਾ ਤੇ ਇਹਨਾਂ ਨੂੰ ਉੱਥੇ ਰੋਕ ਦਿੰਦੇ। ਜੇ ਨਹੀਂ ਰੋਕਣ ਦੀ ਹਿੰਮਤ ਸੀ ਉੱਥੋਂ ਉੱਠ ਕੇ ਆ ਜਾਂਦੇ। ਚਲੋ ਕੋਈ ਗੱਲ ਨਹੀਂ। ਉਦੋਂ ਬਾਅਦ ਉਹਨਾਂ 15-16 ਗੁਰੂ ਵੀ ਗਿਣ ਦਿੱਤੇ। ਉਸ ਤੋਂ ਬਾਅਦ ਤੁਸੀਂ ਉੱਥੇ ਬੈਠੇ ਰਹੇ। ਸਭ ਤੋਂ ਵੱਡੀ ਗੱਲ ਇਹ ਹੋ ਗਈ ਵੀ ਉਸ ਤੋਂ ਬਾਅਦ ਤੁਸੀਂ ਜਿਹੜੇ ਨੇ ਸਰੋਪੇ ਵੀ ਪਵਾਏ ਸਾਰਿਆਂ ਨੇ, ਜਿਹੜੇ ਉੱਥੇ ਡਾਇਰੈਕਟਰ ਸਾਹਿਬ, ਸਾਡੇ ਜਨਰਲ ਸਕੱਤਰ ਸਾਹਿਬ ਤੇ ਸਕੱਤਰ ਸਾਹਿਬ ਤੇ ਬਾਬਾ ਜੀ ਉੱਥੇ ਬੈਠੇ ਰਹੇ। ਉਦੋਂ ਬਾਅਦ ਇਹਨਾਂ ਉੱਥੇ ਸਰੋਪੇ ਵੀ ਪਵਾਏ। ਇਹ ਤੋਂ ਉੱਥੇ ਖਤਮ ਹੋ ਸਕਦਾ ਹੈ ਸਾਰਾ ਕੁਝ। ਸਰੋਪੇ ਵੀ ਪਵਾ ਲੈਣ ਤਾਂ ਘੱਟੋ ਘੱਟ ਅਗਲੇ ਦਿਨ ਦਾ ਪ੍ਰੋਗਰਾਮ ਤੇ ਨਾ ਹੋਣ ਦਿੰਦੇ ਵੀ ਕੱਲ੍ਹ ਸਾਰਾ ਜਿਹੜਾ ਸਾਡੇ ਪੂਰੇ ਦਾ ਪੂਰਾ ਰਹਿਤ ਮਰਿਆਦਾ ਤਾਂ ਤੁਸੀਂ ਘਾਣ ਕਰ ਦਿੱਤਾ, ਹੁਣ ਅਸੀਂ ਕੱਲ੍ਹ ਦੀ ਤੁਹਾਨੂੰ ਪਰਮਿਸ਼ਨ ਨਹੀਂ ਦੇਣੀ ਇੱਥੇ। ਇਹ ਸੰਗਤ ਦੇ ਵਿੱਚ ਜਿਹੜਾ ਗੁੱਸਾ ਸਿਰਫ ਇਸ ਕਰਕੇ ਵੇ, ਇਸ ਕਰਕੇ ਅਸੀਂ ਨਹੀਂ ਚਾਹੁੰਦੇ ਵੀ ਇਹ ਦੂਜੀ ਵਾਰ ਹੋ ਗਈ ਹੈ। ਕਈ ਵਾਰ ਅੱਗੇ ਵੀ ਇੱਥੇ ਇਸ ਗੱਲ ਦੇ ਉੱਤੇ ਚਰਚਾਵਾਂ ਹੋਈਆਂ ਨੇ ਵੀ ਜੋ ਡੇਰਾ ਕਾਰ ਸੇਵਾ ਉੱਥੇ ਕਈ ਵਾਰ ਵਾਅਦੇ ਕੀਤੇ ਨੇ। ਪਿੱਛੇ ਜੇ ਵੀ ਉਹ ਮੁਕਟ ਪਾਇਆ ਗਿਆ ਸੀ ਤੇ ਉਹ ਕੁੜੀਆਂ ਨੇ, ਚਲੋ ਭਾਵੇਂ ਕੁੜੀਆਂ ਜਿਹੜਾ ਉੱਧਰ ਜਾ ਕੇ ਡਾਂਸ ਕੀਤਾ ਸੀ ਉਹਦੇ ਵਿੱਚ ਇਹਨਾਂ ਦਾ ਹੱਥ ਨਹੀਂ ਸੀ, ਲੇਕਿਨ ਉਹ ਸਾਰੇ ਦਾ ਸਾਰਾ ਪ੍ਰੋਪੇਗੈਂਡਾ ਤੇ ਉੱਥੋਂ ਤੱਕ ਹੀ ਸੀ ਨਾ। ਉਦੋਂ ਵੀ ਇਹ ਜਿਹੜਾ ਇਹਨਾਂ ਨੂੰ ਸਾਰਿਆਂ ਨੂੰ ਅਕਾਲ ਤਖ਼ਤ ਸਾਹਿਬ ਨੇ ਉੱਥੇ ਸੱਦਿਆ ਤੇ ਉਹਦੇ ਵਿੱਚ ਉਹਨਾਂ ਨੇ ਤਨਖਾਹ ਲਾਈ ਇਹਨਾਂ ਨੂੰ। ਹੁਣ ਜਿਹੜਾ ਕੰਮ ਕਰ ਦਿੱਤਾ ਇਹ ਉਸ ਤੋਂ ਵੱਡਾ ਕਰਤਾ। ਪੂਰੀ ਦੇ ਪੂਰੀ ਸਾਡੀ ਅਰਦਾਸ ਹੀ ਬਦਲ ਕੇ ਰੱਖ ਦਿੱਤੀ ਹੈ। ਤੁਹਾਡੇ ਸਾਹਮਣੇ ਸਾਰਾ ਕੁਝ ਹੋਇਆ। ਇਸ ਕਰਕੇ ਇਹ ਸੰਗਤ ਦੇ ਵਿੱਚ ਬਹੁਤ ਵੱਡਾ ਰੋਸ ਹੈ। ਦੀਵਾਲੀ ਤੋਂ ਬਾਅਦ ਅਸੀਂ ਦੁਬਾਰਾ ਫਿਰ ਇੱਕ ਵੱਡੀ ਮੀਟਿੰਗ ਕਰਕੇ ਘੱਟੋ ਘੱਟ ਸਾਡਾ ਜਿਹੜਾ ਪੂਰੀ ਯੂਪੀ ਤੇ ਉੱਤਰਾਖੰਡ ਦੇ ਵਿੱਚੋਂ, ਹੋ ਸਕਦਾ ਮੇਰੇ ਕੋਲ ਹਰਿਆਣੇ ਔਰ ਪੰਜਾਬ ਤੋਂ ਕੋਈ ਜੀ ਆਉਣ, ਉਸ ਮੀਟਿੰਗ ਦੇ ਵਿੱਚ ਬਹਿ ਕੇ ਤੇ ਅਗਲੀ ਰੂਪ ਰੇਖਾ ਕਿਹੜੀ ਤਰੀਕ ਨੂੰ ਤੇ ਕਦੋਂ ਕਰਨੀ ਹੈ, ਉਹ ਸਾਰਾ ਇਕੱਠ ਅਸੀਂ ਜਿਹੜਾ ਹੈ ਉਹ ਫਿਰ ਨਾਨਕਪਤਾ ਸਾਹਿਬ ਕਰਕੇ ਤੇ ਅਗਲੀ ਕਾਰਵਾਈ ਉਹਦੇ 'ਚ ਹੋਏਗੀ। ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ, ਸਿੱਖ ਸਮਾਜ ਨੂੰ, ਸਰਬੱਤ ਖਾਲਸਾ ਨੂੰ ਇਸ ਟਾਈਮ ਕੀ ਅਪੀਲ ਕਰਨਾ ਚਾਹੁੰਦੇ? ਵੇਖੋ ਜੀ, ਮੈਂ ਇੱਕੋ ਅਪੀਲ ਕਰਦਾ ਵਾਂ ਵੀ ਜਾਂ ਤੇ ਤੁਸੀਂ ਸਿੱਖ ਨਹੀਂ ਹੈਗੇ, ਜੇ ਕਿਸੇ ਨੇ ਆਵਾਜ਼ ਨਹੀਂ ਚੁੱਕੀ, ਤੇ ਜਾਂ ਸਾਰੇ ਜਿਹੜੇ ਰੋਟੀਆਂ ਕਾਰਨ ਪੂਰੇ ਤਾਲ, ਜਿੰਨੀਆਂ ਜਥੇਬੰਦੀਆਂ ਨੇ, ਜਿੰਨੀਆਂ ਤੁਸੀਂ ਸਾਡੀ SGPC ਹੈ, ਭਾਵੇਂ ਹਰਿਆਣਾ ਦੀ, ਭਾਵੇਂ ਦਿੱਲੀ ਦੀ, ਤੇ ਭਾਵੇਂ ਤੁਹਾਡੀ ਜਿਹੜੀ ਉਹ ਅੰਮ੍ਰਿਤਸਰ ਸਾਹਿਬ ਦੀ, ਭਾਵੇਂ ਵਿੱਚੇ ਅਕਾਲ ਤਖ਼ਤ ਤੇ। ਇਹ ਕੀ ਗੱਲ, ਜਦੋਂ ਸਾਰੀ ਦੁਨੀਆ ਤੱਕ, ਅਮਰੀਕਾ ਵਾਲਿਆਂ ਨੇ ਅੱਜ ਸਵੇਰੇ ਇੰਟਰਵਿਊ ਮੇਰਾ ਲਿਆ, ਕੈਨੇਡਾ ਵਾਲਾ ਲਿਆ, ਆਸਟ੍ਰੇਲੀਆ ਵਾਲਾ ਲਿਆ, ਉਹਨਾਂ ਨੂੰ ਪਤਾ ਹੈ। ਕੀ ਗੱਲ ਤੁਹਾਨੂੰ ਨਹੀਂ ਪਤਾ ਵੀ ਇੱਥੇ ਹਿੰਦੁਸਤਾਨ ਦੇ ਵਿੱਚ ਸਾਡੇ ਗੁਰਦੁਆਰਿਆਂ 'ਚ ਕੀ ਹੋਣ ਡਿਆ? ਕਿਸੇ ਨੇ ਕੋਈ ਐਕਸ਼ਨ ਨਹੀਂ ਲਿਆ। ਅਸੀਂ ਇਸ ਚੀਜ਼ ਨੂੰ ਮੰਨਦੇ ਹਾਂ ਵੀ ਇਹ ਸਾਰੇ, ਮੈਨੂੰ ਲੱਗਦਾ ਹੈ ਵੀ ਸਾਰੇ ਰੋਟੀਆਂ ਕਾਰਨ ਪੂਰੇ ਤਾਲ, ਆਪੋ ਆਪਣੀਆਂ ਰੋਟੀਆਂ ਦਾ ਸਾਰਿਆਂ ਉਪਰਾਲਾ ਕੀਤਾ ਹੈ। ਮੂਰਖ ਸੰਗਤ ਹੈ ਜਿਹੜੀ ਇਹਨਾਂ ਦੇ ਦੁਆਰੇ ਜਾ ਜਾ ਕੇ ਤੇ ਇਹਨਾਂ ਨੂੰ ਕਰੋੜਾਂ ਰੁਪਈਏ ਚੜਾਉਂਦੀ ਹੈ, ਉਹਦੀ ਐਸ਼ ਪ੍ਰਸਤੀ ਸਾਰੇ ਜਣੇ ਬਹਿ ਕੇ ਕਰਨ ਡਏ ਨੇ। ਇਹਦੀ ਅਸੀਂ ਜਿਹੜੀ ਹੈ ਵੱਧ ਤੋਂ ਵੱਧ ਅੱਜ ਨਿਖੇਧੀ ਇੱਥੇ ਸਾਰੀ ਇਸ ਮੀਟਿੰਗ 'ਚ ਕੀਤੀ ਹੈ। ਤੇ ਅੱਗੋਂ ਜਿਹੜਾ ਸਾਡਾ ਸਰਬੱਤ ਖਾਲਸਾ ਹੋਏਗਾ, ਉਹਦੇ ਵਿੱਚ ਕਈ ਵੱਡੇ ਫੈਸਲੇ ਲਏ ਜਾਣਗੇ, ਜਿਹਦੇ ਵਿੱਚ ਅਸੀਂ ਸਾਰਿਆਂ ਨੂੰ ਜਿਹੜਾ ਹੈ ਉਹਦੇ 'ਚ ਇਹਨਾਂ ਦੀ ਜਿਹੜੀ ਹੈ ਨਿਖੇਧੀ ਕਰਾਂਗੇ ਪੂਰੀ ਰੱਜ ਕੇ, ਤੇ ਇਹਨਾਂ ਦੀਆਂ ਵੀ ਜਿਹੜੀਆਂ ਕਾਰਗੁਜ਼ਾਰੀਆਂ ਗਲਤ ਹੋਣ ਰਹੀਆਂ ਨੇ ਉਹਦੇ ਉੱਤੇ ਵੀ ਨੱਥ ਪਾਉਣ ਦਾ ਕਿਤੇ ਨਾ ਕਿਤੇ ਅਸੀਂ ਜਿਹੜਾ ਕੋਈ ਉਪਰਾਲਾ ਜ਼ਰੂਰ ਕਰਾਂਗੇ। ਗੱਲ ਕਰੀਏ ਅਰਦਾਸ ਹੋਈ ਨਾਮਦਾਰੀ ਸੰਪਰਦਾਇ ਦੀ, ਉਹ ਉਹਨਾਂ ਦਾ ਅਧਿਕਾਰ ਸੀ। ਦੂਜੇ ਉੱਥੋਂ ਉੱਠ ਸਕਦੇ ਸੀ, ਵਿਰੋਧ ਕਰ ਸਕਦੇ ਸੀ। ਤੇ ਪਹਿਲਾਂ ਮੁਕਟ ਵਾਲੀ ਗੱਲ ਹੈ ਕਿ ਕੁੜੀਆਂ ਵੀ ਨੱਚੀਆਂ, ਉੱਥੇ ਬੱਚੇ ਨੱਚੇ। ਉਹਨਾਂ ਦੀ ਗੱਲ ਨੂੰ ਛੱਡ ਕੇ ਜਦ ਜ਼ਮੀਨਾਂ ਗੁਰੂ ਨਾਨਕ ਸਾਹਿਬ ਨੇ ਜਿਹੜੇ ਨਵਾਬ ਨੂੰ ਨੇ ਦਿੱਤੀਆਂ ਸੀ ਗੁਰੂ ਨਾਨਕ ਦੇਵ ਜੀ ਨੂੰ, ਉਸ ਤੋਂ ਬਾਅਦ ਜ਼ਮੀਨਾਂ ਵੀ ਕਿਸੇ ਦਾ ਨਾਂ ਹੋ ਗਈਆਂ, ਜਿਹਦੇ ਤਰਸੇਮ ਸਿੰਘ ਦਾ ਨਾਂ ਖਾਸ ਕਰਕੇ ਆ ਰਿਹਾ। ਇਹਨਾਂ ਸਾਰੀਆਂ ਚੀਜ਼ਾਂ 'ਤੇ ਗੱਲ ਹੋਏਗੀ ਜਾਂ ਸਿਰਫ ਅਰਦਾਸ ਦੀ ਗੱਲ ਹੋਏਗੀ? ਨਹੀਂ ਜੀ, ਨਹੀਂ। ਹੁਣ ਅਰਦਾਸ ਦੀ ਨਹੀਂ, ਇਹ ਤਾਂ ਕੋਈ ਬਹਾਨਾ ਬੰਦਾ ਹੁੰਦਾ ਹੈ।
ਤੇ ਜਦੋਂ ਪਾਪ ਦਾ ਘੜਾ ਭਰਦਾ ਨਾ ਤਾਂ ਉਹਦੇ ਸਾਰੇ ਬਹਾਨੇ ਜਿਹੜੇ ਨੇ ਪਿਛਲੇ ਨਿਕਲ ਕੇ ਅੱਗੇ ਆ ਜਾਂਦੇ ਨੇ। ਇਹ ਸਰਬੱਤ ਖਾਲਸੇ ਜਿਹੜੀ ਮੀਟਿੰਗ ਹੈ ਸਾਰੇ ਫੈਸਲੇ ਉਹ 'ਚ ਹੋਣਗੇ ਵੀ ਜਿਹੜੀ ਅੱਗ ਲੈਣ ਆਈ ਘਰ ਵਾਲੀ ਕਿਵੇਂ ਬਣ ਕੇ ਬਹਿ ਗਈ। ਆਏ ਸੀ ਕਾਰ ਸੇਵਾ ਕਰਨ ਵਾਸਤੇ, ਕਾਰ ਸੇਵਾ ਕਰਦੇ ਆਪਣੇ ਘਰਾਂ ਨੂੰ ਜਾਂਦੇ ਮੱਲ ਮਾਰ ਕੇ ਬਹਿ ਗਏ। ਦੋ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਨੇ, ਗੁਰਧਾਮ ਨੇ, ਜਿਨ੍ਹਾਂ ਨੂੰ ਇਤਿਹਾਸਿਕ ਗੁਰਦੁਆਰੇ ਨੇ, ਰੀਠਾ ਸਾਹਿਬ ਹੈ, ਦੁੱਧ ਵਾਲਾ ਖੂਹ ਹੈ, ਉਹਦੇ ਉੱਤੇ ਕਾਰ ਸੇਵਾ ਵਾਲੇ ਕਬਜ਼ੇ ਕਰਕੇ ਬਹਿ ਗਏ। ਇਹ ਕੋਈ ਤਰੀਕਾ ਥੋੜ੍ਹੀ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਬੜੀ ਛੇਤੀ ਅਸੀਂ ਜਿਹੜਾ ਇਹ ਦੀਵਾਲੀ ਤੋਂ ਬਾਅਦ ਅਗਲੀ ਮੀਟਿੰਗ ਕਰਕੇ ਉਹ ਨਾਨਕਮਤਾ ਸਾਹਿਬ ਦੇ ਵਿੱਚ ਇੱਕ ਵੱਡਾ ਜਿਹੜਾ ਸਰਬੱਤ ਖਾਲਸੇ ਦਾ ਸੰਮੇਲਨ ਕਰਾਂਗੇ। ਉਹਦੇ ਵਿੱਚ ਸਾਰੀਆਂ ਸੰਗਤਾਂ ਸਾਡੀਆਂ ਭਾਵੇਂ ਉੱਤਰ ਪ੍ਰਦੇਸ਼, ਹਰਿਆਣਾ ਨਹੀਂ, ਪੂਰੇ ਹਿੰਦੁਸਤਾਨ ਤੋਂ ਹਰ ਸਟੇਟ ਤੋਂ ਜਿਹੜੀਆਂ ਨੇ ਇੱਥੇ ਪਹੁੰਚਣਗੀਆਂ। ਉਹਦੇ ਵਿੱਚ ਅਗਲੇ ਫੈਸਲੇ ਜਿਹੜੇ ਸਾਰੇ ਨੇ, ਜਿਹੜੇ ਪੰਜਾਬ ਤੋਂ ਬਾਹਰ ਰਹਿੰਦੇ ਆ, ਜੇ ਪੰਜਾਬ ਵਾਲੇ ਵਿੱਚ ਇਹਦੇ ਆਉਂਦੇ ਨੇ ਬਹੁਤ ਚੰਗੀ ਗੱਲ ਹੈ। ਉਦੋਂ ਪਹਿਲਾਂ SGPC ਜਾਂ ਅਕਾਲ ਤਖਤ ਦੇ ਉੱਤੇ ਕੋਈ ਜਿਹੜਾ ਫੈਸਲਾ ਲੈਂਦਾ ਹੈ, ਇਹਦੇ ਉੱਤੇ ਨੱਥ ਪਾਉਂਦਾ ਹੈ, ਤੇ ਅਸੀਂ ਉਹਨਾਂ ਦੇ ਵੀ ਨਾਲ ਹਾਂ। ਪਰ ਜੋ ਇਹਦੇ ਉੱਤੇ ਕੋਈ ਫੈਸਲਾ ਨਹੀਂ ਲੈਂਦੇ ਤੇ ਫਿਰ ਸਾਡੇ ਸਰਬੱਤ ਖਾਲਸਾ ਦੇ ਵਿੱਚ ਜਿਹੜਾ ਉੱਤਰ ਪ੍ਰਦੇਸ਼ ਤੇ ਉੱਤਰਾਖੰਡ ਵੱਲੋਂ ਅਰੇਂਜ ਕੀਤਾ ਜਾਏਗਾ, ਉਹਦੇ ਵਿੱਚ ਜਿਹੜੇ ਫੈਸਲੇ ਹੋਣਗੇ ਫਿਰ ਸਾਡੇ ਇੱਥੋਂ ਦੇ ਲੋਕਲ ਹੋਣਗੇ।